ਜਸਪਾਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਧੰਨਵਾਦ ਜੀ। ਧੰਨਵਾਦ। ਤੁਹਾਡੀ ਇੱਕ ਕਿਤਾਬ ਦੇ ਉੱਤੇ ਅਸੀਂ ਅੱਜ ਗੱਲ ਕਰਨੇ ਆ, ਇੱਥੋਂ ਸ਼ੁਰੂ ਕਰਦੇ ਹਾਂ। ਅੰਬੈਡਡ ਜਰਨਲਿਜ਼ਮ ਪੰਜਾਬ, ਇਹ ਐਡਿਟ ਕੀਤੀ ਆ ਤੁਸੀਂ ਕਿਤਾਬ। ਥੋੜ੍ਹਾ ਜਿਹਾ ਸਾਨੂੰ ਇਸ ਸ਼ਬਦ ਬਾਰੇ ਦੱਸੋ ਕਿ ਅੰਬੈਡਡ ਜਰਨਲਿਜ਼ਮ ਪਹਿਲਾਂ ਕਦੇ ਸ਼ਬਦ ਪੰਜਾਬ ਦੀ ਪੱਤਰਕਾਰੀ ਦੇ ਵਿੱਚ ਸ਼ਾਇਦ ਸੁਣਿਆ ਨਹੀਂ, ਇਹਦੇ ਅਰਥ ਕੀ ਨੇ ਜੀ? ਵੈਸੇ ਤਾਂ ਇਹ ਇੰਡੀਆ ਵਿੱਚ ਹੀ ਆਪਣੇ ਆਪ 'ਚ ਨਵਾਂ ਸ਼ਬਦ ਹੈ ਜੀ। ਅੰਬੈਡਡ ਜਰਨਲਿਜ਼ਮ ਇਹ ਸ਼ੁਰੂ ਹੋਇਆ ਅਮਰੀਕਾ ਵਿੱਚ, ਜਦੋਂ ਇਹਨਾਂ ਨੇ ਨੈਟੋ ਫੋਰਸਿਸ ਨੇ ਹਮਲਾ ਕੀਤਾ ਇਰਾਕ 'ਚ ਜਾ ਕੇ। ਜੀ। ਇਰਾਕ ਦੇ ਵਿੱਚ ਉਹਨਾਂ ਨੇ ਨਾਲ ਜਰਨਲਿਸਟਾਂ ਨੂੰ ਨਾਲ ਲੈ ਗਏ ਸੀ। 600 ਜਰਨਲਿਸਟ ਮੀਡੀਆ ਦੇ, ਜਿਹੜੇ ਟੈਲੀਵਿਜ਼ਨ ਦੂਸਰੇ ਸਾਰੇ ਪ੍ਰਿੰਟ ਮੀਡੀਆ ਦੇ ਬੰਦਿਆਂ ਨੂੰ ਨਾਲ ਲਗਾਏ। ਉਹਨਾਂ ਨੇ ਸਾਰੀ ਰਿਪੋਰਟਿੰਗ ਫਰੰਟ ਤੋਂ, ਬੈਟਲਫੀਲਡ ਤੋਂ ਕੀਤੀ। ਅੱਛਾ ਜੀ। ਤਾਂ ਬੈਟਲਫੀਲਡ ਤੋਂ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਰਿਪੋਰਟਿੰਗ ਨੈਚੁਰਲੀ, ਜਦੋਂ ਤੁਸੀਂ ਕਿਸੇ ਨਾਲ ਜਾਂਦੇ ਹੋ ਤਾਂ ਫਿਰ ਉਹਦਾ ਅਸਰ ਹੁੰਦਾ ਹੀ ਆ ਰਿਪੋਰਟਿੰਗ 'ਤੇ। ਬਿਲਕੁਲ। ਤਾਂ ਫਿਰ ਉਹ ਜਿਹੜੀ ਰਿਪੋਰਟਿੰਗ ਸੀ ਉਹ ਨੈਚੁਰਲੀ ਉਹਦੇ ਵਿੱਚ ਜਿਹੜਾ ਇਰਾਕ ਦਾ ਜਾਂ ਇਰਾਕ ਫੌਜ ਦਾ ਜਾਂ ਇਰਾਕ ਦੇ ਲੋਕਾਂ ਦਾ ਜਾਂ ਇਰਾਕ ਦੇ ਉੱਤੇ ਹੋਈਆਂ ਅਟਰੋਸਿਟੀਜ਼ ਦਾ, ਉਹਦਾ ਕੋਈ ਪੱਖ ਨਹੀਂ ਦਿੱਤਾ ਗਿਆ। ਤੇ ਨਾ ਪੱਖ ਆਇਆ ਸੀ, ਨੈਚੁਰਲੀ ਆਉਣਾ ਵੀ ਨਹੀਂ ਸੀ। ਤੇ ਇਸ ਕਰਕੇ ਫਿਰ ਉਹ ਜਦੋਂ ਉਹ ਇਸ ਰਿਪੋਰਟਿੰਗ, ਇਸ ਟਾਈਪ ਦੀ ਰਿਪੋਰਟਿੰਗ ਹੋਈ ਤਾਂ ਇਹਦੇ ਵਿੱਚ ਫਿਰ ਅਮਰੀਕਾ ਵਿੱਚ ਇਸ ਲਈ ਟਰਮ ਵਰਤੀ ਗਈ ਅੰਬੈਡਡ ਜਰਨਲਿਸਟ। ਉਹ ਜਿਹੜੇ ਗਏ ਸੀ ਅੰਬੈਡਡ ਮੀਡੀਆ ਪਰਸਨ ਸੀ ਸਾਰੇ, ਤੇ ਉਸ ਕਿਸਮ ਦੀ ਜਿਹੜੀ ਪੱਤਰਕਾਰੀ ਸੀ ਉਹਨੂੰ ਅੰਬੈਡਡ ਜਰਨਲਿਜ਼ਮ ਕਹਿਣ ਲੱਗ ਗਏ। ਅਸੀਂ ਫਿਰ ਜਿਹੜਾ ਇਹ ਸ਼ਬਦ ਉੱਥੋਂ ਲਿਆ ਤੇ 2004 'ਚ ਤਕਰੀਬਨ ਆ ਗਿਆ ਸੀਗਾ ਜੀ। ਤੇ ਇਹ ਕਾਫੀ 2005 ਤੱਕ ਕਰੰਸੀ 'ਚ ਆ ਗਿਆ ਸੀ, ਲੋਕਾਂ ਦੇ ਸਾਹਮਣੇ ਕਾਫੀ ਇਹ ਸ਼ਬਦ ਜਰਨਲਿਸਟਿਕ ਫੀਲਡ 'ਚ ਆ ਗਿਆ ਸੀ। ਅਸੀਂ ਫਿਰ ਇਹ ਜਿਹੜਾ, ਜਦੋਂ ਮੈਂ ਆਪਣੀ ਕਿਤਾਬ ਲਿਖਣੀ ਸੀ ਤਾਂ ਫਿਰ ਮੈਨੂੰ ਇਹ ਲੱਗਿਆ ਵੀ ਇਹ ਅੰਬੈਡਡ ਜਰਨਲਿਜ਼ਮ ਜਿਹੜਾ ਸ਼ਬਦ ਹੈ, ਇਹ ਜਿਸ ਕਿਸਮ ਦਾ ਮੈਂ ਸਬਜੈਕਟ ਮੈਟਰ 'ਤੇ ਲਿਖਣਾ ਚਾਹੁੰਦਾ ਤੇ ਇਹਦੇ ਲਈ ਇਹ ਬਿਲਕੁਲ ਢੁਕਵਾਂ ਹੈ। ਪਰ ਇਹਦਾ ਸਾਨੂੰ ਸਮੱਸਿਆ ਇਹ ਆਈ ਰਹੀ ਵੀ ਪੰਜਾਬੀ 'ਚ ਕੀ ਕਹੀਏ। ਬਿਲਕੁਲ। ਪੰਜਾਬੀ ਵਿੱਚ ਦਰਬਾਰੀ ਕਵੀ ਵੀ ਹੋਏ ਆ, ਦਰਬਾਰੀ ਹਿਸਟੋਰੀਅਨ ਹੁੰਦੇ ਰਹੇ ਆ ਮੁੱਢ ਤੋਂ ਮੁਗਲ ਦਰਬਾਰਾਂ 'ਚ। ਤੇ ਫਿਰ ਅਸੀਂ ਇਸ ਦਾ ਇੰਨਾ ਕੀ ਤਰਜਮਾ ਕੀਤਾ ਵੀ ਇਹ ਦਰਬਾਰੀ ਪੱਤਰਕਾਰੀ ਹੈ। ਦਰਬਾਰੀ ਪੱਤਰਕਾਰੀ, ਹਾਂ। ਤਾਂ ਅਸੀਂ ਅੰਬੈਡਡ ਜਰਨਲਿਜ਼ਮ ਨੂੰ ਦਰਬਾਰੀ ਪੱਤਰਕਾਰੀ ਕਹਿ ਸਕਦੇ ਹਾਂ ਵੀ ਇਹ ਦਰਬਾਰੀ ਪੱਤਰਕਾਰੀ ਹੈ। ਤੇ ਦਰਬਾਰੀ ਪੱਤਰਕਾਰੀ ਦਾ ਤਾਂ ਸਿੱਧਾ ਇੰਨਾ ਕੁ ਕਨਵੇ ਕਰ ਦਿੰਦਾ ਵੀ ਜੋ ਸਰਕਾਰਾਂ, ਜੋ ਮੌਕੇ ਦੀ ਐਸਟੈਬਲਿਸ਼ਮੈਂਟ ਚਾਹੁੰਦੀ ਸੀ, ਜਾਂ ਅਸੀਂ ਇੰਡੀਅਨ ਪਰਸਪੈਕਟਿਵ ਵਿੱਚ ਜਾਂ ਉਹਦੇ ਪ੍ਰਸੰਗ ਵਿੱਚ ਕਹਿ ਸਕਦੇ ਹਾਂ, ਜੋ ਇੰਡੀਅਨ ਐਸਟੈਬਲਿਸ਼ਮੈਂਟ ਚਾਹੁੰਦੀ ਸੀ ਉਸ ਕਿਸਮ ਦੀ ਰਿਪੋਰਟਿੰਗ ਹੋਈ। ਤੇ ਖਾਸ ਕਰਕੇ ਮਾਈਨੋਰਿਟੀ ਦੇ ਕੇਸ ਵਿੱਚ, ਕਿਉਂਕਿ ਮਾਈਨੋਰਿਟੀ ਦੇ ਕੇਸ ਵਿੱਚ ਹਮੇਸ਼ਾ ਹੀ ਸਾਰਾ ਵੱਡਾ ਇੱਕ ਖਾਸ ਕਿਸਮ ਦਾ ਜਿਹੜਾ ਨੈਸ਼ਨਲਿਸਟਿਕ ਪਰਸਪੈਕਟਿਵ ਸੀ, ਉਹਦੇ 'ਚ ਮਾਈਨੋਰਿਟੀਆਂ ਨੂੰ ਬਿਲਕੁਲ ਪਾਸੇ ਕਰਕੇ ਰੱਖਿਆ ਗਿਆ ਜਾਂ ਸਮਝਿਆ ਜਾਂਦਾ ਇੱਥੇ ਇੰਡੀਆ ਦੇ ਵਿੱਚ। ਤਾਂ ਇਸ ਕਰਕੇ ਜਿਹੜੀ ਇਸ ਕਿਸਮ ਦੀ ਪੱਤਰਕਾਰੀ ਹੋਈ ਉਹ ਦਰਬਾਰੀ ਜਾਂ ਨਵੀਂ ਦਿੱਲੀ ਦੇ ਐਂਗਲ ਤੋਂ ਹੋਈ। ਜੀ। ਮਾਈਨੋਰਿਟੀਜ਼ ਦੇ ਵਿੱਚ ਜੇਕਰ ਮੈਂ ਸਿੱਖ ਘੱਟ ਗਿਣਤੀ ਦੀ ਗੱਲ ਕਰਾਂ ਤਾਂ ਭਾਰਤ ਦੇ ਪੂਰੇ ਸੰਦਰਭ ਦੇ ਵਿੱਚ ਜੇਕਰ ਸੱਤਾ ਦੇ ਵਿੱਚ ਰਾਜ ਸਰਕਾਰਾਂ ਦੀ ਤਬਦੀਲੀ ਹੁੰਦੀ ਆ, ਉੱਥੇ ਇੱਕ ਪਾਰਟੀ ਕਾਂਗਰਸ ਚਲੇ ਜਾਂਦੀ ਆ ਜਾਂ ਬੀਜੇਪੀ ਆਉਂਦੀ ਆ, ਇਹਦੇ ਨਾਲ ਵੀ ਇਸ ਦਰਬਾਰੀ ਕਿਸਮ ਦੀ ਪੱਤਰਕਾਰੀ ਦੇ ਵਿੱਚ ਫਰਕ ਪੈਂਦਾ ਜਾਂ ਸਿੱਖਾਂ ਦੇ ਪ੍ਰਤੀ ਉਹ ਪੱਤਰਕਾਰੀ ਦਾ ਨਜ਼ਰੀਆ ਉਹੀ ਰਹਿੰਦਾ? ਬਹੁਤਾ ਫਰਕ ਬਿਲਕੁਲ ਨਹੀਂ ਪੈਂਦਾ। ਜਿਵੇਂ ਹੁਣ ਤੁਸੀਂ ਦੇਖੋ ਵੀ, ਅਸੀਂ ਦੇਖੀਏ ਵੀ ਅਕਾਲੀ ਦਲ ਕਾਫੀ ਸਮਾਂ ਤੋਂ ਪਾਵਰ 'ਚ ਹੈ। ਬਿਲਕੁਲ। ਦੂਜੀ ਟਰਮ ਵਿੱਚ ਹੁਣ ਆ ਰਿਹਾ, ਤੇ ਉਦੋਂ ਪਹਿਲਾਂ ਵੀ ਇੱਕ ਟਰਮ ਇਹਨਾਂ ਦੀ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ। ਇਹ ਸਾਰੀਆਂ ਸਰਕਾਰਾਂ ਦੇ ਵਿੱਚ ਉਹੀ ਨੈਸ਼ਨਲਿਸਟਿਕ ਐਂਗਲ ਤੋਂ ਹੀ ਰਿਪੋਰਟਿੰਗ ਹੁੰਦੀ ਹੈ। ਪੰਜਾਬ ਤੋਂ ਬਾਹਰ ਜਿਹੜਾ ਇੱਕ ਅਕਸ ਜਦੋਂ ਪੰਜਾਬ ਸਰਕਾਰ ਦਾ ਜਾਂਦਾ, ਉਹ ਇਹ ਮੰਨਿਆ ਜਾਂਦਾ ਵੀ ਉੱਥੇ ਹੁਣ, ਕਿਉਂਕਿ SGPC ਦੇ ਵਿੱਚ ਵੀ ਉਹਨਾਂ ਦਾ ਰੋਲ ਆ, ਸਰਕਾਰ ਵੀ ਸਿੱਖਾਂ ਦੀ ਆ, ਵੀ ਇਹ ਹੁਣ ਤਾਂ ਉੱਥੇ ਇਸ ਕਿਸਮ ਦੇ ਐਂਗਲ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਹਦੇ ਬਾਰੇ ਕੀ ਕਹਿੰਦੇ ਤੁਸੀਂ? ਦੇਖੋ, ਸਿੱਖਾਂ ਦੀ ਸਰਕਾਰ ਕਿਹਾ ਨਹੀਂ ਜਾ ਸਕਦਾ, ਏਜੰਡਾ ਸਾਰਾ ਨੈਸ਼ਨਲਿਸਟਿਕ ਹੈ। ਤੇ ਬਾਕੀ ਜਦੋਂ BJP ਨਾਲ ਸਾਰੇ ਉਹਨਾਂ ਦੀ ਸਾਂਝ ਪਿਆਲੀ ਹੈ ਜੀ, ਤੇ BJP ਵਿੱਚ RSS ਵੀ ਹੈ ਜਿਹਦਾ ਹਿੰਦੂ ਰਾਸ਼ਟਰ ਆ, ਜਿਹਦਾ ਏਜੰਡਾ ਹਿੰਦੂ ਰਾਸ਼ਟਰ ਆ। ਤੇ ਇਹ ਜਦੋਂ ਇਸ ਏਜੰਡੇ ਦੀ ਸਰਕਾਰ ਨਾਲ ਕੋਲੀਸ਼ਨ ਪਾਰਟਨਰ ਹੁੰਦੇ ਆ ਤਾਂ ਨੈਚੁਰਲੀ ਤੌਰ ਤੇ ਜਿਹੜਾ ਸਿੱਖ, ਜਿਹੜਾ ਉਹਨਾਂ ਦਾ ਸਿੱਖ ਹਿੱਸਾ, ਉਹ ਨਿਊਟਰਲਾਈਜ਼ ਹੋ ਜਾਂਦਾ, ਖਤਮ ਹੋ ਜਾਂਦਾ। ਤਾਂ ਉਹ ਤਕਰੀਬਨ ਨੈਸ਼ਨਲਿਸਟਿਕ, ਤਕਰੀਬਨ ਜੀ ਕਰਦੇ ਹੀ ਉਹ ਨੈਸ਼ਨਲਿਸਟਿਕ ਐਂਗਲ ਤੋਂ ਹੀ ਸਾਰਾ ਫੰਕਸ਼ਨ ਹੈ ਸਾਰਾ। ਤੁਸੀਂ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਤੇ ਹੋਰ ਇਹਦੀਆਂ ਖਾਸ ਕਰਕੇ ਸਟੇਟਮੈਂਟਾਂ ਪੜ੍ਹੋ, ਉਹ ਇਸ ਤਰੀਕੇ ਨਾਲ ਕਈ ਵਾਰ ਬੋਲਦਾ ਜਿਵੇਂ ਉਹ ਕੋਈ ਫਾਰਨ ਮਿਨਿਸਟਰ ਬੋਲ ਰਿਹਾ ਹੋਵੇ ਇੰਡੀਆ ਦਾ।
ਜਦੋਂ ਇੰਡੀਆ ਜਾਂ ਇੰਡੀਆ ਦੇ ਬਾਹਰ ਦੇ ਪ੍ਰਸੰਗ ਵਿੱਚ ਗੱਲ ਕਰਦਾ। ਇਸ ਕਰਕੇ ਕੋਈ ਲੰਬਾ ਚੌੜਾ ਫਰਕ ਅਸੀਂ ਕਹਿ ਨਹੀਂ ਸਕਦੇ। ਇਹ ਸਿੱਖ ਸਰਕਾਰ ਦਾ ਮਤਲਬ ਹੋਰ ਹੁੰਦਾ, ਤਾਂ ਸਿੱਖ ਨੂੰ ਰੱਖ ਕੇ ਰਾਜ ਕਰਨਾ, ਅੱਗੇ ਫਰੰਟ ਤੇ ਰੱਖ ਕੇ ਡਿਫਰੈਂਟ ਆਪਣੇ ਆਪ 'ਚ। ਪੱਤਰਕਾਰੀ ਦੇ ਵਿੱਚ ਬਹੁਤ ਵਾਰੀ ਇੱਕ ਮੈਂ ਤੁਹਾਡਾ ਲੈਕਚਰ ਵੀ ਸੁਣਿਆ ਸੀ, ਉਹਦੇ ਵਿੱਚ ਤੁਸੀਂ ਦੱਸਿਆ ਸੀ ਸ਼ਬਦਾਂ ਦੇ ਪਿੱਛੇ ਸੰਕਲਪ ਜਿਹੜੇ ਹੁੰਦੇ ਆ, ਕਿ ਇਹ ਸ਼ਬਦ ਜਿਹੜੇ ਵਰਤੇ ਜਾਂਦੇ ਨੇ, ਸਿੱਖ ਟੈਰਰਿਸਟ ਜਾਂ ਮੁਸਲਿਮ ਟੈਰਰਿਸਟ, ਇਹ ਸ਼ਬਦ ਫਿਰ ਹੁਣੀ ਇੱਕ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਸ਼ਬਦ ਸਿੱਖ ਤਾਲਿਬਾਨ ਸਾਹਮਣੇ ਆਇਆ, ਇੱਕ BBC ਦੀ ਰਿਪੋਰਟਰ ਨੇ ਵਰਤਿਆ। ਇਹ ਸ਼ਬਦ ਸੁਭਾਵਿਕ ਆ ਜਾਂਦੇ ਨੇ ਪੱਤਰਕਾਰੀ ਦੇ ਵਿੱਚ, ਜਾਂ ਇਹਨਾਂ ਸ਼ਬਦਾਂ ਪਿੱਛੇ ਵੀ ਕੋਈ ਸ਼ਬਦਾਂ ਦੀ ਰਾਜਨੀਤੀ ਹੁੰਦੀ ਹੈ? ਸ਼ਬਦਾਂ ਦੀ ਬਹੁਤ ਵੱਡੀ ਰਾਜਨੀਤੀ ਹੁੰਦੀ ਹੈ। ਸ਼ਬਦ ਆਪਣੇ ਆਪ ਵਿੱਚ ਇੱਕ ਕਨਵੇ ਕਰਦੇ ਆ, ਸ਼ਬਦ ਦਾ ਇੱਕ ਕਾਨੋਟੇਸ਼ਨ ਹੁੰਦੀ ਹੈ, ਇੱਕ ਸ਼ਬਦ ਦਾ ਇੱਕ ਔਰਾ ਹੁੰਦਾ ਹੈ। ਤੇ ਸ਼ਬਦ ਆਪਣੇ ਆਪ 'ਚ ਇਕੱਲਾ ਸ਼ਬਦ ਨਹੀਂ ਹੁੰਦਾ, ਉਹ ਇੱਕ ਖਾਸ ਕਿਸਮ ਦਾ ਆਈਡੀਆ ਤੁਹਾਡੇ ਮਾਈਂਡ ਦੇ ਵਿੱਚ, ਪੜ੍ਹਨ ਵਾਲੇ 'ਚ, ਸੁਣਨ ਵਾਲੇ ਦੇ ਮਾਈਂਡ 'ਚ ਇੱਕ ਆਈਡੀਆ ਜਨਰੇਟ ਕਰਦਾ, ਪੈਦਾ ਕਰਦਾ। ਇਸ ਸ਼ਬਦ ਦਾ ਤੁਸੀਂ ਇਹ ਦੇਖੋ, ਮੈਂ ਇਹਦੀ ਥੋੜ੍ਹੀ ਜਿਹੀ ਹਿਸਟਰੀ ਦੱਸਾਂ। ਜਦੋਂ ਮੈਂ ਐਜ ਏ ਰਿਪੋਰਟਰ UNI ਦਾ ਕੰਮ ਕਰਦਾ ਸੀ ਅੰਮ੍ਰਿਤਸਰ, ਉਹਨਾਂ ਦਿਨਾਂ 'ਚ ਅਸੀਂ ਹਾਰਡ ਲਾਈਨਰ ਕਹਿ ਦਿੰਦੇ, ਅਸੀਂ ਐਕਸਟ੍ਰੀਮਿਸਟ ਕਹਿਣ ਤੋਂ ਵੀ ਬਹੁਤ ਸੰਕੋਚ ਕਰਦੇ ਹੁੰਦੇ ਸੀ। ਜਦੋਂ ਵੀ ਇਹ ਇੱਕ ਅਕਾਲੀ ਸੌਫਟ ਲਾਈਨਰ, ਇਹ ਹਾਰਡ ਲਾਈਨਰ, ਇਹੋ ਜਿਹੇ ਸ਼ਬਦ ਅਸੀਂ ਪ੍ਰੈਸ 'ਚ ਵਰਤਦੇ ਸੀਗੇ। ਇੱਕ ਵਾਰ ਮੇਰੇ ਕੋਲੇ BBC ਦਾ ਰਿਪੋਰਟਰ ਇਸਲਾਮਾਬਾਦ ਤੋਂ ਵਾਹਗਾ ਬਾਰਡਰ ਦੇ ਰਾਹੀਂ ਆਇਆ, ਤੇ ਉਹ ਮੇਰੇ ਨਾਲ ਬੈਠਾ ਡਿਸਕਸ਼ਨ ਕਰਦਾ ਰਿਹਾ, ਤੇ ਫਿਰ ਉਹਨੇ ਕਾਪੀ ਮੇਰੇ ਸਾਹਮਣੇ ਟਾਈਪ ਕੀਤੀ। ਤਾਂ ਮੈਂ ਟਾਈਪ ਕਰਨ ਵੇਲੇ ਤੇ ਉਹਨੇ ਸ਼ਬਦ ਯੂਜ਼ ਕੀਤਾ ਟੈਰਰਿਸਟ, ਸਿੱਖ ਟੈਰਰਿਸਟ। ਤਾਂ ਸ਼ਬਦ ਮੈਂ ਪਹਿਲੀ ਵਾਰ, ਇਹ ਮੈਂ ਕਹਿ ਸਕਦਾ 1983 ਵਿੱਚ 83 ਦੇ ਵਿੱਚ ਪਹਿਲੀ ਵਾਰ ਮੈਂ ਸ਼ਬਦ ਟੈਰਰਿਸਟ ਉਹ ਤੋਂ ਸੁਣਿਆ, ਤੇ ਉਹ ਤੋਂ ਵਰਤਿਆ ਗਿਆ ਵੀ ਸਿੱਖਾਂ ਲਈ ਟੈਰਰਿਸਟ ਸ਼ਬਦ ਵਰਤਿਆ ਗਿਆ। ਤੁਹਾਡੇ ਨਾਰਥ ਅਮਰੀਕਾ ਵਿੱਚ ਖਾਸ ਕਰਕੇ ਟੈਰਰਿਸਟ ਸ਼ਬਦ ਆਪਣੇ ਆਪ ਵਿੱਚ ਬਹੁਤ ਗਲਤ ਭਾਵਨਾਵਾਂ ਪੈਦਾ ਕਰਦਾ ਮਨ ਦੇ ਵਿੱਚ, ਵੀ ਟੈਰਰਿਸਟ ਬਿਲਕੁਲ ਇਨਸੈਂਸਿਟਿਵ ਟਾਈਪ ਦਾ ਆਦਮੀ ਹੁੰਦਾ, ਜਿਹੜਾ ਕਿਸੇ ਤੇ ਖੁਦ ਹਮਲਾ ਕਰ ਸਕਦਾ, ਕਿਸੇ ਨੂੰ ਮਾਰ ਸਕਦਾ, ਜਾਂ ਸੈਡਿਸਟਿਕ ਰੁਚੀਆਂ ਦਾ ਹੁੰਦਾ, ਜਿਹੜਾ ਕਿ ਮਾਰਨ ਵਿੱਚ, ਕਤਲੇਆਮ ਵਿੱਚ ਜਾਂ ਬਲੱਡ ਸ਼ੈਡ ਵਿੱਚ ਵਿਸ਼ਵਾਸ ਰੱਖਦਾ, ਜਾਂ ਇਹ ਐਂਟੀ ਡੈਮੋਕ੍ਰੈਟਿਕ ਇਹਦੇ ਐਕਸ਼ਨ ਹੁੰਦੇ ਆ, ਵੀ ਉਹ ਡੈਮੋਕ੍ਰੇਸੀ 'ਚ ਇਲੈਕਸ਼ਨ ਸਿਸਟਮ 'ਚ ਫੇਲ ਹੋਏ ਬੰਦੇ ਹੁਣ ਟੈਰਰਿਸਟ ਐਕਟੀਵਿਟੀ 'ਚ ਸ਼ੁਰੂ ਕਰ ਲਏ, ਤੇ ਅਸੀਂ ਉਹਨਾਂ ਨੂੰ ਕਹਿੰਦੇ ਡੈਸਪਰੇਟ ਟਾਈਪ, ਜਾਂ ਇਸ ਕਿਸਮ ਦੇ ਲੋਕ ਜਿਹੜੇ ਅਸੀਂ ਕਈ ਸ਼ਬਦ ਉਹਨਾਂ ਲਈ ਵਰਤਦੇ ਹਾਂ। ਸ਼ਬਦ ਟੈਰਰਿਸਟ ਅਸੀਂ ਇਹਦਾ ਜ਼ਿਕਰ ਕਰ ਰਹੇ ਹਾਂ ਕਿ ਲੋਕਾਂ ਦੇ ਵਿੱਚ ਇੱਕ ਖਾਸ ਘੱਟ ਗਿਣਤੀ ਦਾ ਅਕਸ ਖਾਸ ਕਿਸਮ ਦੇ ਨਾਲ ਪੇਸ਼ ਕੀਤਾ ਜਾਂਦਾ ਇਸ ਤਰ੍ਹਾਂ ਦੇ ਸ਼ਬਦ ਲਾ ਕੇ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਿੰਨਾ ਕੁ ਜ਼ਿਆਦਾ ਇਸ ਪ੍ਰੈਸ ਦਾ ਜਾਂ ਪ੍ਰਭਾਵ ਆ ਲੋਕਾਂ ਦੀ ਮਾਨਸਿਕਤਾ ਦੇ ਉੱਤੇ, ਕਿਉਂਕਿ ਲੋਕਾਂ ਦੀ ਇੱਕ ਇੰਡੀਪੈਂਡੈਂਟ ਥਿੰਕਿੰਗ ਤਾਂ ਹਰ ਵਿਅਕਤੀ ਦੀ ਹੁੰਦੀ ਆ, ਉਹਨੂੰ ਕਿੰਨਾ ਕੁ ਜ਼ਿਆਦਾ ਬਦਲ ਸਕਦੀ ਹੈ ਇਹ ਪ੍ਰੈਸ? ਦੇਖੋ, ਮਾਈਨੋਰਿਟੀ ਦੇ ਬਾਰੇ ਤਾਂ ਕਾਫੀ ਕੁਝ ਕਰ ਸਕਦੀ ਹੈ। ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਤੁਸੀਂ ਜੇ ਫਿਲਟਰ ਲਗਾ ਦਿਓਗੇ ਵੀ ਆਹ ਇਨਫੋਰਮੇਸ਼ਨ ਬਾਹਰ ਜਾਵੇ ਜਾਂ ਇਸ ਤਰੀਕੇ ਨਾਲ ਇਨਫੋਰਮੇਸ਼ਨ ਜਾਵੇ, ਤਾਂ ਉਹ ਬਾਹਰ ਇਨਫੋਰਮੇਸ਼ਨ ਜਾਂਦੀ ਨਹੀਂ। ਜਿਵੇਂ ਹੁਣ ਇਹ ਮੋਟੇ ਲੈਵਲ ਤੇ ਮੈਂ ਕਹਿ ਸਕਦਾ ਵੀ ਇਹ ਜਦੋਂ ਜਸਵੰਤ ਸਿੰਘ ਖਾਲੜਾ, ਇਸ ਨੇ ਉਹ ਸਾਰਾ ਰਿਸਰਚ ਕੀਤੀ, ਉਹ ਸਾਰਾ ਡਾਕੂਮੈਂਟ ਕੀਤੇ ਵੀ 25,000 ਬੋਡੀਆਂ ਨੂੰ ਤੁਸੀਂ ਅਨਕਲੇਮਡ ਕਰਕੇ, ਤਾਂ ਦਿੱਲੀ ਦੇ ਵਿੱਚ, ਜਲੰਧਰ ਵਿੱਚ ਹੀ ਅਸੀਂ 1988 ਦੇ ਵਿੱਚ ਵੱਡੀ ਮੀਟਿੰਗ ਕਰਵਾਈ ਸੀ। ਸਾਰੇ ਹਿਊਮਨ ਰਾਈਟਸ ਵਾਲੇ ਤੇ ਕਾਫੀ ਸੁਲਝੇ ਹੋਏ ਬੰਦੇ ਦਿੱਲੀ ਤੋਂ, ਅਸੀਂ ਜਿਹੜੇ ਪ੍ਰੋਮੀਨੈਂਟ ਬੰਦੇ ਸੀ ਦਿੱਲੀ ਸੈਮੀਨਾਰ ਲਈ ਇਨਵਾਈਟ ਕੀਤੇ, ਤੇ ਮੈਂ ਵੀ ਉਹਨਾਂ ਨਾਲ ਦਿੱਲੀ ਤੋਂ ਆਇਆ ਸੀ। ਉਹਨਾਂ ਨੂੰ ਇਹ ਸਾਰੀ ਗੱਲ ਆਪਣੇ ਆਪ 'ਚ ਬਿਲਕੁਲ ਨਹੀਂ ਸੀ ਪਤਾ, ਦਿੱਲੀ ਬੈਠਿਆਂ ਨੂੰ। ਹੁਣ ਤੁਸੀਂ ਦਿੱਲੀ ਨਾਲ ਜਿੰਨਾ ਪੰਜਾਬ ਜੁੜਿਆ ਹੋਇਆ, ਤਾਂ ਹੋਰ ਤਾਂ ਕੋਈ ਸਟੇਟ ਨੂੰ ਅਸੀਂ ਪੂਰੇ ਜੁੜੇ ਹੋਏ ਸੀ ਸਾਰੇ ਗੱਲ, ਤੇ ਉੱਥੋਂ ਤੱਕ ਨਹੀਂ ਸੀ ਪਤਾ ਲੱਗਿਆ ਵੀ ਇਹ 25,000 ਇਸ ਤਰੀਕੇ ਨਾਲ ਅਨਕਲੇਮਡ ਬੋਡੀਆਂ ਕਰਕੇ। ਪੰਜਾਬ 'ਚ ਲੋਕਾਂ ਨੂੰ ਪਤਾ ਸੀ ਇਹ ਸਾਰਾ ਕੁਝ ਕਿਸੇ ਨਾ ਕਿਸੇ ਤਰੀਕੇ ਨਾਲ, ਪਰ ਪ੍ਰੈਸ 'ਚ ਨਹੀਂ ਗਿਆ ਸੀ। ਮੈਨੂੰ ਇਹ ਲੱਗਦਾ ਪੰਜਾਬ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਨਹੀਂ ਪਤਾ ਸੀ ਵੀ ਇਹ ਸਾਰਾ ਕੁਝ ਇਹ ਹੋਇਆ, ਜਿੰਨਾ ਚਿਰ ਖਾਲੜੇ ਨੇ ਬਾਹਰ ਨਹੀਂ ਕੱਢਿਆ। ਫਿਰ ਉਹਦੇ 'ਚ ਪ੍ਰੈਸ 'ਚ ਕਿੰਨਾ ਛਪਿਆ ਕਿੰਨਾ ਨਹੀਂ, ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ। ਤੇ ਇਸ ਕਰਕੇ ਪ੍ਰੈਸ ਬਹੁਤ ਜ਼ਿਆਦਾ ਚੀਜ਼ਾਂ ਨੂੰ, ਦੋ ਹੀ ਤਰੀਕੇ ਹੁੰਦੇ ਆ, ਤੁਸੀਂ ਮੋਟੇ ਲੈਵਲ ਤੇ ਇਹੀ ਤਰੀਕੇ ਵਰਤੇ ਜਾਂਦੇ ਆ, ਜਾਂ ਤਾਂ ਤੁਸੀਂ ਸਪਰੈਸ ਕਰਦੇ ਹੋ ਇਨਫੋਰਮੇਸ਼ਨ, ਜਾਂ ਤੁਸੀਂ ਮਿਸ ਰਿਪਰੈਜ਼ੈਂਟ ਕਰਦੇ ਹੋ, ਜਾਂ ਇੱਕ ਤਰੀਕਾ ਹੈਗਾ ਬਦਨਾਮ ਕਰਨ ਦਾ, ਜਿਹਨੂੰ ਅਸੀਂ, ਜਾਂ ਟੇਢੇ ਗਲਤ ਤਰੀਕੇ ਨਾਲ ਰੰਗਤ ਪੇਸ਼ ਕਰਨਾ, ਜਿਹਨੂੰ ਅਸੀਂ ਡਿਸਇਨਫੋਰਮੇਸ਼ਨ ਕਹਿੰਦੇ ਆ, ਜਾਣ ਕੇ ਗੱਲ ਨੂੰ ਵਧਾ ਚੜਾ ਕੇ ਜਾਂ ਮੋੜ ਕੇ ਪੇਸ਼ ਕਰਨਾ। ਇਹ ਤਿੰਨੇ ਤਰੀਕੇ ਪ੍ਰੈਸ ਵਿੱਚ ਵਰਤੇ ਜਾਂਦੇ ਆ। ਤੇ ਪ੍ਰੈਸ ਦਾ ਜਿਹੜਾ ਟੋਟਲ ਸਾਰਾ ਨਜ਼ਰੀਆ ਹੈ, ਤੇ ਉਹਦੇ ਬਾਰੇ ਮੈਂ ਇੱਕ ਹੋਰ ਵੀ ਗੱਲ ਦੱਸਣਾ ਚਾਹੁੰਦਾ ਵੀ 94 'ਚ ਇੱਕ ਕੁਛ ਸਾਡੇ ਬੰਦਿਆਂ ਨੇ, ਉੱਥੇ ਟੀਮ ਨੇ, ਦਿੱਲੀ ਦੇ ਵਿੱਚ ਸਰਵੇ ਕਰਾਇਆ ਸੀ ਵੀ ਜਿਹੜੇ ਵੱਡੇ ਪੇਪਰ ਹੈ
ਹਿੰਦੁਸਤਾਨ ਟਾਈਮਸ ਆਫ ਇੰਡੀਆ ਜਾਂ UNI PTI ਦੇ ਜਿਹੜੇ ਵੱਡੇ ਅਦਾਰੇ ਸੀਗੇ, ਜਿਹੜੇ ਵੱਡੇ TV ਦੇ ਵੀ ਨਿਊਜ਼ ਆਊਟਲੈਟਸ ਹੈ ਜੀ, ਉਹਨਾਂ ਦੇ ਜਿਹੜੇ ਟੌਪ ਦੇ 10 ਬੰਦੇ ਆ, ਉਹ ਕੌਣ ਹੈ, ਕਿੱਥੋਂ ਦੇ ਆ, ਕਿਸ ਸੋਸ਼ਲ ਰਿਲੀਜੀਅਸ ਬੈਕਗਰਾਉਂਡ ਦੇ ਆ, ਤਾਂ ਫਿਰ ਉੱਥੇ ਪਹਿਲੇ 10 ਪੋਸਟਾਂ ਦੇ ਵਿੱਚ ਮੈਜੋਰਿਟੀ ਸੀ ਜਿਹੜੇ, ਉਹ ਸਾਰੇ ਅਪਰ ਕਾਸਟ ਨੂੰ ਬਿਲੋਂਗ ਕਰਦੇ ਸੀ। ਸਾਰੇ ਜਿੰਨੇ ਵੱਡੇ ਵੱਡੇ ਅਦਾਰੇ ਸੀ ਦਿੱਲੀ ਦੇ, ਉਹਨਾਂ ਦੇ ਤੁਸੀਂ ਜੇ ਪਹਿਲੀਆਂ 10 ਪੋਸਟਾਂ ਜਿਨ੍ਹਾਂ ਨੇ ਇਨਫਲੂਐਂਸ ਕਰਨਾ, ਰਿਪੋਰਟਿੰਗ ਨੂੰ ਡਾਇਰੈਕਟ ਕਰਨਾ, ਉਹ ਜਿਹੜੇ ਇਸ ਕਿਸਮ ਦੇ ਆ, ਤਾਂ ਉਹ ਨੈਚੁਰਲੀ ਉਹਨਾਂ ਦਾ ਐਂਟੀ ਮੁਸਲਿਮ ਬਾਇਸ ਵੀ ਹੈ, ਐਂਟੀ ਸਿੱਖ ਬਾਇਸ ਵੀ ਹੈ। ਤੇ ਔਰ ਫਿਰ ਇੱਥੇ ਹੈਰਾਨੀ ਵਾਲੀ ਗੱਲ ਹੈ ਵੀ ਕਿਤੇ ਵੀ ਇੱਕ ਵੀ ਦਲਿਤ ਨਹੀਂ ਸੀ। 500 ਤੋਂ ਉੱਤੇ ਜਿਹੜੇ PIB ਨਾਲ ਐਕਰੀਡੇਟਡ ਉਹਨਾਂ ਨਾਲ ਜਿਹੜੇ ਬੰਦੇ ਸੀਗੇ, ਉਹਨਾਂ 'ਚੋਂ 500 ਦੇ ਵਿੱਚ ਇੱਕ ਵੀ ਦਲਿਤ ਕੋਈ ਐਕਰੀਡੇਟਡ ਬੰਦਾ ਨਹੀਂ ਸੀ ਦਿੱਲੀ ਦੇ ਵਿੱਚ। ਜਰਨਲਿਸਟ ਜਿਹੜੇ ਸਰਕਾਰ ਜਿਨ੍ਹਾਂ ਨੂੰ ਇਜਾਜ਼ਤ ਦਿੰਦੀ ਆ, ਹੋਮ ਮਿਨਿਸਟਰੀ ਪਾਸ ਦਿੰਦੀ ਹੈ, ਤੇ ਉਹ ਐਕਰੀਡੇਟਡ ਹੁੰਦੇ ਸਰਕਾਰ ਵੱਲੋਂ, ਉਹਨਾਂ 'ਚ ਕੋਈ ਵੀ ਬੰਦਾ ਦਲਿਤ ਨਹੀਂ ਸੀ। ਤੁਸੀਂ 10 ਕਹਿ ਰਹੇ ਹੋ ਕਿ ਉੱਪਰ ਜਿਹੜੇ ਉਸ ਲੈਵਲ ਦੇ ਉੱਤੇ ਲੋਕ ਬੈਠੇ ਆ, ਕੀ ਇਹਨਾਂ ਦੀ ਕਿਸੇ ਪੋਲੀਟੀਕਲ ਥਾਟ ਦੇ ਵਿੱਚ ਫਰਕ ਨਹੀਂ ਹੁੰਦਾ ਕਿ ਕਾਂਗਰਸ ਆ ਜਾਂ ਉਹ ਕਿਸ ਪਾਰਟੀ ਦੇ ਨਾਲ ਸੰਬੰਧ ਰੱਖਦੇ? ਇਹ ਗੱਲ ਮੈਟਰ ਨਹੀਂ ਕਰਦੀ ਮਾਈਨੋਰਿਟੀਜ਼ ਦੇ ਨਜ਼ਰੀਏ ਤੋਂ? ਹਾਂ, ਮਾਈਨੋਰਿਟੀ ਦੇ ਨਜ਼ਰੀਏ ਤੋਂ ਇੰਨਾ ਮੈਟਰ ਕਰਦੀ ਹੈ ਵੀ ਕਾਂਗਰਸ BJP ਤੇ ਜਾਂ ਜਿਹੜਾ ਇੱਕ ਨੈਸ਼ਨਲਿਸਟਿਕ ਫਰੇਮਵਰਕ ਬਣਾਇਆ ਉਹਨਾਂ ਨੇ ਕੰਟਰੀ ਦਾ, ਇੱਕ ਨੇਸ਼ਨ ਦਾ, ਇੰਡੀਆ ਨੇਸ਼ਨ ਦੇ ਲੈਵਲ ਤੇ, ਜਾਂ ਇੰਡੀਆ ਇੱਕ ਆਈਡੀਆ ਆਫ ਨੇਸ਼ਨ ਜਾਂ ਆਈਡੀਆ ਆਫ ਕੰਟਰੀ ਜਿਹੜਾ ਖੜਾ ਹੋਇਆ, ਉਸ ਦੇ ਪੈਰਾਮੀਟਰ ਦੇ ਵਿੱਚ ਸਾਰੇ ਇਹ ਇੱਕ ਦੂਜੇ ਤੇ ਕ੍ਰਿਟਿਸਿਜ਼ਮ ਵੀ ਕਰਦੇ ਆ। ਖੂਬ ਕ੍ਰਿਟਿਸਿਜ਼ਮ, ਜਿੱਥੇ ਤੱਕ ਦੇਸ਼ ਦਾ ਜਦੋਂ ਇਹ ਪੇਸ਼ ਕਰ ਦਿੱਤਾ ਜਾਵੇ ਵੀ ਇਹ ਨੈਸ਼ਨਲਿਸਟਿਕ ਨੇਸ਼ਨ ਦੇ ਅਗੇਂਸਟ ਹੈ, ਕਿਸੇ ਨੂੰ ਤੁਸੀਂ ਨੇਸ਼ਨ ਦੇ ਵਿਰੁੱਧ ਸਿੱਧ ਕਰੋ, ਸਿੱਖਾਂ ਨੂੰ ਜਿਵੇਂ ਤੁਸੀਂ ਦੇਸ਼ ਦੇ ਗਦਾਰ, ਦੇਸ਼ ਨੂੰ ਤੋੜਨ ਵਾਲੇ, ਪਾਕਿਸਤਾਨ ਤੋਂ ਇਨਸਪਾਇਰਡ, ਇਹ ਸਾਰੇ ਜਦੋਂ ਉਹਨਾਂ ਲਈ ਸ਼ਬਦ ਦਿੰਦੇ ਹੋ ਜਾਂ ਇਹੋ ਜਿਹਾ ਤੁਸੀਂ ਪ੍ਰਭਾਵ ਦਿੰਦੇ ਹੋ ਪ੍ਰੈਸ ਰਿਪੋਰਟਿੰਗ ਦੇ ਵਿੱਚ, ਤਾਂ ਨੈਚੁਰਲੀ ਦੂਸਰੇ ਜਿਹੜੇ ਇਸ ਕਿਸਮ ਦੇ ਇਸ ਬੈਕਗਰਾਊਂਡ ਦੇ, ਸੋਸ਼ਲ ਬੈਕਗਰਾਊਂਡ ਦੇ ਬੰਦੇ ਜਿਹੜੇ ਉੱਪਰਲੀ ਪੋਜੀਸ਼ਨ ਤੇ ਬੈਠੇ ਆ, ਉਹ ਹੋਰ ਨੈਸ਼ਨਲਿਸਟਿਕ ਤਰੀਕੇ ਨਾਲ ਕੰਮ ਕਰਦੇ ਆ। ਪਰ ਹੁਣ ਜਿਹੜਾ ਇੱਕ ਗੱਲ ਕਹੀ ਜਾਂਦੀ ਹੈ ਵੀ ਹੁਣ ਤਾਂ ਗਲੋਬਲਾਈਜੇਸ਼ਨ ਦਾ ਜ਼ਮਾਨਾ, ਸਾਰਾ ਦੁਨੀਆ ਇੱਕ ਪਿੰਡ ਬਣ ਗਿਆ, ਕੋਈ ਇਨਫੋਰਮੇਸ਼ਨ ਕਿਤੇ ਛੁਪ ਹੀ ਨਹੀਂ ਸਕਦੀ, ਹੁਣ ਤਾਂ ਸੋਸ਼ਲ ਮੀਡੀਆ ਜਾਂ ਸਾਰੇ ਕੁਛ ਦੇ ਨਾਲ, ਕਿ ਇਹਦੇ ਵਿੱਚ ਵੀ ਇਹ ਗਲਤ ਇਨਫੋਰਮੇਸ਼ਨ ਬਾਹਰ ਆ ਜਾਂਦੀ? ਇਸ ਦੇ ਵਿੱਚ ਵੀ ਜਿੱਥੋਂ ਤੱਕ ਮਿਨੋਰਿਟੀਆਂ ਦਾ ਸਵਾਲ ਹੈ, ਉਹਨਾਂ ਲਈ ਤਾਂ ਇਹ ਖਾਸ ਕਰਕੇ ਰੋਕੀ ਜਾਂਦੀ ਹੈ। ਹਜੇ ਵੀ ਇਸ ਕਿਸਮ ਦੇ ਫਿਲਟਰ ਲੱਗੇ ਹੋਏ ਆ ਵੀ ਜਿਹੜਾ, ਇਸੇ ਕਰਕੇ ਅਸੀਂ ਜਿਹੜੀ ਇੰਪੋਰਟੈਂਸ ਹੈ ਵੀ ਸੋਸ਼ਲ ਮੀਡੀਆ ਦੀ, ਇਸੇ ਕਰਕੇ ਇੰਪੋਰਟੈਂਸ ਅਸੀਂ ਮੰਨਣ ਲੱਗੇ। ਜਿਹੜੇ ਐਸਟੈਬਲਿਸ਼ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਤੋਂ ਪਾਸੇ ਦੀ ਗੱਲਬਾਤ ਰਹਿ ਜਾਂਦੀ ਹੈ, ਉਸ ਨੂੰ ਸੋਸ਼ਲ ਮੀਡੀਆ ਕਵਰ ਕਰਦਾ ਹੈ, ਪਰ ਕਿਸ ਹੱਦ ਤੱਕ ਕਰਦਾ ਹੈ ਇਹ ਡਿਪੈਂਡ ਕਰਦਾ ਵੀ ਕਿਸ ਹੱਦ ਤੱਕ ਅਲਾਓ ਕਰਦੀ ਹੈ ਸਟੇਟ ਕਿਸੇ ਮੌਕੇ ਤੇ। ਜਿਵੇਂ ਹੁਣ ਚਾਈਨਾ, ਇਹ ਸਰਵਰ ਸਾਰੇ ਜਿਹੜੇ ਮੀਡੀਆ ਦੇ ਸਰਵਰ ਹੈ, ਵੱਡੇ ਜਿਹੜੇ ਇੰਟਰਨੈਟ ਦੇ ਸਰਵਰ ਆ, ਉਹਨਾਂ ਤੋਂ ਗਵਰਨਮੈਂਟਾਂ ਕੰਟਰੋਲ ਕਰਦੀਆਂ। ਬਹੁਤ ਵਾਰੀ ਇਹ ਆਪਾਂ ਮੰਨ ਲੈਂਦੇ, ਜਿੱਦਾਂ ਤੁਸੀਂ ਗੱਲ ਕਰ ਰਹੇ ਆ ਕਿ ਮੀਡੀਆ ਦਾ ਜਾਂ ਪ੍ਰੈਸ ਦਾ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਬੜਾ ਵੱਡਾ ਅਸਰ ਪੈਂਦਾ, ਵੀ ਕੇਸ ਉਹਨਾਂ ਦਾ ਅਕਸ ਕਿਸੇ ਕੌਮ ਦਾ ਜਾਂ ਕਿਸੇ ਵਿਅਕਤੀ ਦਾ ਕਿਸ ਤਰ੍ਹਾਂ ਦਾ ਸਿਰਜਣਾ ਚਾਹੁੰਦੇ, ਉਹ ਸਿਰਜ ਲੈਂਦੇ ਜਿੱਦਾਂ ਦਾ ਚਾਹੁੰਦੇ ਆ। ਪਰ ਕਈ ਵਾਰੀ ਕੀ, ਜਿੱਦਾਂ ਭਾਰਤ ਦੇ ਵਿੱਚ ਗੱਲ ਕਰਦੇ ਹਾਂ ਕਿ ਜਿਹੜੀ ਸਰਕਾਰ ਸੱਤਾ ਦੇ ਵਿੱਚ ਆ, ਮੀਡੀਆ ਉਹਦੇ ਕੋਲ ਹੋਵੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਸਾਰੀਆਂ ਵੋਟਾਂ ਜਾਂ ਉਸ ਕਿਸਮ ਦਾ ਫਾਇਦਾ ਲੈ ਜਾਂਦੇ। ਪਰ ਕਈ ਵਾਰੀ ਜਿਹੜੇ ਲੋਕ ਆ ਉਹ ਬੜੇ ਡਿਫਰੈਂਟਲੀ ਬਿਹੇਵ ਕਰਦੇ ਆ, ਜਿੱਦਾਂ ਰੀਸੈਂਟਲੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਹੋਇਆ। ਬਹੁਤ ਸਾਰਾ ਮੀਡੀਆ ਮੰਨਿਆ ਜਾਂਦਾ ਸੀ ਕਿ ਨਰਿੰਦਰ ਮੋਦੀ ਹੋਰਾਂ ਦੇ ਨਾਲ ਆ, ਸਾਰਾ ਕਰ ਰਹੇ ਆ ਉਹ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਾਰਾ ਮੀਡੀਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸੀਗਾ, ਉਹਨਾਂ ਦੇ ਕੋਲ ਮੰਨਿਆ ਜਾਂਦਾ ਕਿ ਉਹਨਾਂ ਦਾ ਕੰਟਰੋਲ ਆ ਉਹਦੇ ਉੱਤੇ। ਪਰ ਆਮ ਆਦਮੀ ਪਾਰਟੀ ਦੇ 4 MP ਉੱਥੇ ਬਣ ਜਾਂਦੇ। ਇਹ ਲੋਕ ਡਿਫਰੈਂਟਲੀ ਬਿਹੇਵ ਕਿਉਂ ਕਰਦੇ? ਕੀ ਇਹ ਫਿਰ ਉਸ ਵੇਲੇ ਮੀਡੀਆ ਦੀ ਜਾਂ ਪ੍ਰੈਸ ਦੀ ਗ੍ਰਿਫਤ ਚੋਂ ਬਾਹਰ ਹੁੰਦੇ ਆ, ਜਾਂ ਕਿਹੜਾ ਫੈਕਟਰ ਕੰਮ ਕਰਦਾ? ਨਹੀਂ, ਉਹਦੇ ਵਿੱਚ ਪੋਲੀਟੀਕਲ ਫੈਕਟਰ, ਜਿਵੇਂ ਡਿਸਇਲੂਜਨਮੈਂਟ ਅਕਾਲੀ ਦਲ ਨਾਲ ਬਹੁਤ ਵੱਡੀ ਸੀ, ਜਾਂ ਕਾਂਗਰਸ ਨਾਲ ਵੀ ਪੰਜਾਬ 'ਚ ਹੈ, ਉਹ ਆਲਟਰਨੇਟਿਵ ਲੱਭਦੇ ਸੀ, ਕੋਈ ਨਾ ਕੋਈ ਆਲਟਰਨੇਟਿਵ ਹੋਰ ਥਰਡ ਫਰੰਟ ਆਵੇ ਤਾਂ ਬੜਾ ਉਹਨਾਂ ਨੂੰ ਵਾਇਬਲ ਤੇ ਬੜਾ ਕ੍ਰੈਡੀਬਲ ਆਲਟਰਨੇਟਿਵ ਆਮ ਆਦਮੀ ਪਾਰਟੀ ਲਈ। ਫਿਰ ਮੀਡੀਆ ਦਾ ਕੋਈ ਰੋਲ ਨਹੀਂ ਰਹਿ ਜਾਂਦਾ? ਮੀਡੀਆ ਦਾ ਰੋਲ ਕੁਛ ਹੱਦ ਤੱਕ ਹੁੰਦਾ, ਪਰ ਕੁਛ ਤੱਕ ਨਹੀਂ ਹੁੰਦਾ। ਜਿਵੇਂ ਹੁਣ ਮਿਨੋਰਿਟੀ ਦਾ ਕੇਸ ਚੱਲਦਾ, ਜਿਸ ਕਿਸਮ ਦਾ ਅਕਾਲੀ ਇਹ ਮੋਰਚਾ ਚੱਲਿਆ 82 ਵਾਲਾ, 82 ਤੋਂ 84 ਤੱਕ ਮੋਰਚਾ ਚੱਲਿਆ, ਉਹਦੇ ਵਿੱਚ ਉਹ ਮੋਰਚੇ ਦੇ ਦੌਰਾਨ 1.5-2 ਸਾਲ ਦੇ ਵਿੱਚ ਉਹ ਗਰਾਊਂਡ ਜ਼ਰੂਰ ਤਿਆਰ ਕਰ ਲਈ ਉਹਨਾਂ ਨੇ ਮੀਡੀਆ ਦੇ ਰਾਹੀਂ, ਸਲੋਲੀ। ਨਹੀਂ ਤਾਂ ਮਤਲਬ ਕਿ ਵੀ ਜੇ ਕੋਸ਼ਿਸ਼ ਹੁੰਦੀ ਤਾਂ ਇੰਦਰਾ ਗਾਂਧੀ ਇਹ ਸਾਰੀ ਗੱਲ ਨੂੰ ਪਹਿਲਾਂ ਵੀ ਰੋਕ ਸਕਦੀ ਸੀ। ਡੈਲੀਬਰੇਟਲੀ ਉਹਨੂੰ ਲੰਬਾ ਖਿੱਚੀ ਗਏ ਤੇ ਉਧਰ ਮੀਡੀਆ ਦਾ ਇਹ ਸਾਰਾ ਪ੍ਰਚਾਰ ਹੋਇਆ, ਤੇ ਇਸ ਕਰਕੇ ਉਹ ਇਹ ਸਾਰੇ ਲੰਬੇ ਖਿੱਚਣ ਦੇ ਵਿੱਚ ਜਿਹੜਾ ਦੂਜਾ ਮੈਜੋਰਿਟੀ ਕਮਿਊਨਿਟੀ ਆ ਉਹ ਕੰਸੋਲੀਡੇਟ ਹੋ ਗਈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਨਾ ਅੱਜ ਕੱਲ੍ਹ ਵੀ ਇਹ ਜਿਹੜਾ ਇੰਡੀਆ ਦੀ ਡੈਮੋਕ੍ਰੇਸੀ ਪੋਲੀਟੀਕਲ ਡੈਮੋਕ੍ਰੇਸੀ ਨਹੀਂ, ਇਹ ਮੈਜੋਰਿਟੇਰੀਅਨ ਡੈਮੋਕ੍ਰੇਸੀ ਹੈ।
ਪੋਲੀਟੀਕਲ ਡੈਮੋਕ੍ਰੇਸੀ ਦਾ ਮਤਲਬ ਹੁੰਦਾ ਵੀ ਕਿਸੇ ਇਸ਼ੂ ਤੇ ਡੈਮੋਕ੍ਰੇਸੀ ਬਣਦੀ ਆ, ਕਿਸੇ ਇਸ਼ੂ ਤੇ ਕੋਈ ਜਿੱਤ ਕੇ ਆਉਂਦਾ, ਉਸ ਇਸ਼ੂ ਤੇ ਹੀ ਸਾਰੀ ਸਰਕਾਰਾਂ ਬਣਦੀਆਂ। ਇਹ ਬਣਦੀਆਂ ਮੈਜੋਰਿਟੀ ਇਸ਼ੂ ਤੇ। ਇਸ ਕਰਕੇ ਹੁਣ ਤੁਸੀਂ ਇਹ ਦੇਖ ਲਓ ਵੀ ਐਤਕੀ 15% ਮੁਸਲਿਮ ਪਾਪੂਲੇਸ਼ਨ ਹੈ, ਉਹਨੂੰ ਆਲਮੋਸਟ ਇਲੈਕਸ਼ਨ ਪ੍ਰੋਸੈਸ ਤੋਂ ਬਾਹਰ ਹੀ ਰੱਖਿਆ ਵਾ। 3-4 MP ਆ, ਉਹ ਵੀ ਹੋਰ ਪਾਰਟੀਆਂ ਤੋਂ ਆਏ ਆ। ਉਹਨਾਂ ਦੀ ਪਾਪੂਲੇਸ਼ਨ ਮੁਤਾਬਕ 80 MP ਦੇ ਨੇੜੇ ਤੇੜੇ ਆਉਣੇ ਚਾਹੀਦੇ ਸੀ, ਨਹੀਂ ਆਏ ਕੋਈ। ਤੇ ਉਹ ਹੁਣ ਉਹਨਾਂ ਨੂੰ ਬਾਹਰ ਰੱਖ ਕੇ ਵੀ ਸਰਕਾਰ ਚੱਲ ਰਹੀ ਹੈ। ਤੇ ਡੈਮੋਕ੍ਰੇਸੀ ਬੜੀ ਡੈਮੋਕ੍ਰੈਟਿਕ, ਬਿਗੇਸਟ ਡੈਮੋਕ੍ਰੇਸੀ ਆਫ ਦਾ ਵਰਲਡ ਦੇ ਲੈਵਲ ਤੇ ਚੱਲ ਰਹੀ ਹੈ। ਤੇ ਇਵੇਂ ਹੀ ਸਿੱਖ ਜਿਹੜੀ ਪਾਪੂਲੇਸ਼ਨ ਆ, ਬੜੀ ਛੋਟੀ ਪਾਪੂਲੇਸ਼ਨ, 13 MP ਹੈ। 13 MPਆਂ 'ਚ ਉਹਨਾਂ ਦੇ ਮੋਸਟਲੀ ਉਹਨਾਂ ਦੇ 8-9 ਸਿੱਖ ਬਣਦੇ ਹੁੰਦੇ ਸੀ MP। ਉਹ ਨਾ ਵੀ ਬਣਨਗੇ ਤਾਂ 545 ਲੋਕ ਸਭਾ ਦੇ ਮੈਂਬਰਾਂ 'ਚੋਂ ਤਾਂ ਕੋਈ ਸਰਕਾਰਾਂ ਨੂੰ ਜਾਂ ਇੰਡੀਆ ਦੀ ਸਰਕਾਰ ਚੱਲਣ 'ਚ ਕੋਈ ਫਰਕ ਨਹੀਂ। ਇਹ ਵੀ ਨਹੀਂ ਲੱਗੂ ਵੀ ਅਨਡੈਮੋਕ੍ਰੈਟਿਕ ਹੈ। ਇਹ ਕਈ ਵਾਰੀ ਇਹ ਇਲਜ਼ਾਮ ਜਿਹੜੇ ਉਹ ਮਾਈਨੋਰਿਟੀ ਤੇ ਵੀ ਲੱਗਦੇ ਆ ਕਿ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਹਮਲਾ ਹੁੰਦਾ। ਲਾਲਾ ਜਗਤ ਨਾਰਾਇਣ ਦਾ ਕਤਲ ਹੁੰਦਾ ਕਿ ਜੀ ਉਹ ਅਖਬਾਰ ਪੰਜਾਬ ਦੇ ਵਿੱਚ ਇਸ ਮਾਈਨੋਰਿਟੀ ਨੇ ਬੰਦ ਕਰ ਦਿੱਤੀ, ਔਰ ਹੌਕਰ ਜਿਹੜੇ ਸੀਗੇ ਅਖਬਾਰਾਂ ਦੇ, ਉਹਨਾਂ ਦੇ ਨਾਲ ਪੁਲਿਸ ਜਾਂਦੀ ਸੀ ਪਿੰਡਾਂ ਦੇ ਵਿੱਚ ਅਖਬਾਰਾਂ ਸਿੱਟਣ ਉਹਨਾਂ ਵੇਲਿਆਂ ਦੇ ਵਿੱਚ। ਉਹ ਇਹ ਫਿਰ ਪ੍ਰੈਸ ਦੀ ਆਜ਼ਾਦੀ ਰਿਲੇਟਿਵ ਹੋ ਗਈ ਜਾਂ? ਪ੍ਰੈਸ ਦੀ ਆਜ਼ਾਦੀ ਇੱਕ ਤਾਂ ਪਹਿਲੀ ਗੱਲ ਤਾਂ ਐਬਸੋਲੂਟ ਨਹੀਂ ਹੁੰਦੀ। ਜੇ ਤੋਂ ਪ੍ਰੈਸ ਦੀ ਆਜ਼ਾਦੀ ਬਿਜ਼ਨਸ ਡਿਟਰਮਨ ਕਰਦਾ ਤਾਂ ਇਹਦਾ ਮਤਲਬ ਪੋਲੀਟਿਕਸ ਦਾ ਤੇ ਪਾਵਰ ਦਾ ਦਖਲਅੰਦਾਜ਼ੀ ਹੈ, ਸਟੇਟ ਪਾਵਰ ਦੀ ਦਖਲਅੰਦਾਜ਼ੀ ਹੈ। ਉਹ ਮਤਲਬ ਕਿ ਉਸ ਦਾ ਇੰਟਰਪਲੇ ਹੈ ਉਹਦੇ ਵਿੱਚ, ਅਸੀਂ ਕਹਿ ਦਈਏ। ਤੇ ਜੇ ਅਸੀਂ ਫਰਜ਼ ਕੀਤਾ ਵੀ ਖਾੜਕੂ ਮਿਲੀਟੈਂਟ ਔਰ ਉੱਥੇ ਚੱਲਦਾ ਪੰਜਾਬ ਦੇ ਵਿੱਚ, ਤਾਂ ਉਹਨਾਂ ਨੂੰ ਪਤਾ ਵੀ ਸਾਡੀ ਖਬਰ ਨਹੀਂ ਦਿੱਤੀ ਜਾ ਰਹੀ, ਹੋਰ ਕੋਈ ਜ਼ਰੀਆ ਨਹੀਂ। ਕਿਸੇ ਹੋਰ ਪ੍ਰੈਸ ਕਾਉਂਸਲ ਆਫ ਇੰਡੀਆ ਇਹ ਨੋਟਿਸ ਨਹੀਂ ਲੈਂਦੀ ਵੀ ਸਾਡੇ ਅਗੇਂਸਟ ਇਹ ਛਪ ਰਿਹਾ ਸਾਰਾ ਕੁਝ, ਜਾਂ ਸਾਡਾ ਵੀ ਜਿੰਨਾ ਕੁ ਸ਼ੇਅਰ ਬਣਦਾ ਉਹ ਦਿੱਤਾ ਜਾਵੇ। ਤਾਂ ਫਿਰ ਨੈਚੁਰਲੀ ਜਿਹੜੇ ਦੂਜਾ ਤਰੀਕਾ ਇਹੀ ਹੁੰਦਾ ਵੀ ਕਿਉਂਕਿ ਬਾਕੀ ਤਾਂ ਸਾਰੀਆਂ ਸਰਕਾਰਾਂ ਵੀ ਹਥਿਆਰ ਨਾਲ ਰੂਲ ਕਰਦੀਆਂ, ਪੁਲਿਸ ਫੋਰਸ ਨਾਲ ਤੇ ਮਿਲਟਰੀ ਨਾਲ ਰੂਲ ਕਰਦੀਆਂ। ਦੂਜੇ ਪਾਸੇ ਖਾੜਕੂ ਕੋਲੇ ਮਿਲੀਟੈਂਟਾਂ ਕੋਲੇ ਹਥਿਆਰ ਆ, ਤਾਂ ਉਹ ਵੀ ਕਹਿੰਦੇ ਵੀ ਅਸੀਂ ਵੀ ਫਿਰ ਆਪਦਾ ਹਿੱਸਾ ਇਸ ਤਰੀਕੇ ਨਾਲ ਲੈਂਦੇ ਹਾਂ। 80ਵੀਆਂ ਦੇ ਵਿੱਚ ਉਦੋਂ ਦੀ ਉਸ ਕਾਲੇ ਦੌਰ ਦੇ ਵਿੱਚ ਵੀ ਰਿਪੋਰਟਿੰਗ ਕੀਤੀ ਹੈ, ਜਦੋਂ ਪੂਰੀਆਂ ਨਿਊਜ਼ ਦੀਆਂ ਨਿਊਜ਼ ਸੈਂਸਰ ਹੁੰਦੀਆਂ ਸੀ, ਬਦਲ ਜਾਂਦੀਆਂ ਸੀ। ਰਿਪੋਰਟਿੰਗ ਕੁਝ ਹੋਰ ਹੁੰਦੀ ਸੀ, ਉੱਥੋਂ ਜਿਹੜੀ ਦੂਜੇ ਦਿਨ ਪ੍ਰੈਸ ਦੇ ਵਿੱਚ ਬਾਹਰ ਆਉਂਦੀ ਸੀ ਉਹ ਬਿਲਕੁਲ ਕੁਝ ਹੋਰ ਹੁੰਦੀ ਸੀ। ਤੁਹਾਡੇ ਤੇ ਕਦੇ ਇਸ ਕਿਸਮ ਦਾ, ਤੁਹਾਡੇ ਆਰਗੇਨਾਈਜੇਸ਼ਨ ਜਿਹੜੀ ਸੰਸਥਾ ਦੇ ਨਾਲ ਤੁਸੀਂ ਕੰਮ ਕਰਦੇ ਸੀ, ਉਹਨਾਂ ਨੇ ਕਦੇ ਦਬਾਅ ਨਹੀਂ ਪਿਆ ਵੀ ਇਹ ਖਬਰ ਨੂੰ ਬਦਲਿਆ ਜਾਵੇ, ਜਾਂ ਉਹ ਜਿੱਦਾਂ ਦੀ ਉਹ ਖਬਰ ਚਾਹੁੰਦੇ ਉਸ ਤਰ੍ਹਾਂ ਦੀ ਖਬਰ ਉਹਨਾਂ ਨੂੰ ਮਿਲੇ? ਬਿਲਕੁਲ ਦਬਾਅ ਰਹਿੰਦੇ ਸੀ ਹਰ ਵਕਤ। ਪਹਿਲੀ ਗੱਲ ਤਾਂ ਸਾਨੂੰ ਆਪਦੀ ਹਰ ਜਿਹੜਾ ਆਰਗੇਨਾਈਜੇਸ਼ਨ 'ਚ ਬੰਦਾ ਕੰਮ ਕਰਦਾ ਉਹਨੂੰ ਪਤਾ ਹੁੰਦਾ ਉਹਦੀ ਰਿਕੁਆਇਰਮੈਂਟ ਕੀ ਹੈ। ਅਸੀਂ ਉਸ ਰਿਕੁਆਇਰਮੈਂਟ ਮੁਤਾਬਕ ਵੀ ਕੰਮ ਕਰਦੇ ਹਾਂ, ਪਰ ਅਸੀਂ ਫਿਰ ਵੀ ਥੋੜ੍ਹਾ ਜਿਹਾ ਸਬਜੈਕਟਿਵ ਰੋਲ ਹੁੰਦਾ ਵੀ ਮੈਂ ਸ਼ਬਦ ਟੈਰਰਿਸਟ ਨਾ ਲਿਖਾਂ, ਮਿਲੀਟੈਂਟ ਲਿਖ ਦਿਆਂ, ਤੇ ਜਾਂ ਮੈਂ ਆਹ ਰਿਪੋਰਟ ਨੂੰ ਮਤਲਬ ਕਿ ਵੀ ਤਿੱਖਾ ਕਰਕੇ ਉਸ ਕਿਸਮ ਦਾ ਨਾਂ ਬਣਾ ਕੇ, ਅਫੈਂਸਿਵ ਬਣਾ ਕੇ, ਐਂਟੀ ਮਾਈਨੋਰਿਟੀ ਬਣਾ ਕੇ ਨਾ ਭੇਜਾਂ। ਇਹਨੂੰ ਆ ਵੈਸੀ ਰਿਪੋਰਟ ਕਰਦੇ ਵੀ ਇੰਨੇ ਬੰਦੇ ਅੱਜ ਮਾਰੇ ਗਏ, ਤੇ ਉਹ ਉਹਨਾਂ ਦੇ ਪਰਿਵਾਰਾਂ ਦਾ ਫਿਰ ਉਹ ਸਾਰੇ ਜਦੋਂ ਘੇਰਾ ਪਿਆ ਤੇ ਉਹਨਾਂ ਦੀਆਂ ਕਈ ਔਰਤਾਂ ਫੜ ਕੇ ਲੈ ਕੇ ਗਏ। ਤਾਂ ਪਰ ਇਸ ਗੱਲ ਦੀ ਬਹੁਤ ਜ਼ਿਆਦਾ ਹਿੰਦੀ ਪ੍ਰੈਸ ਵਿੱਚ ਖਾਸ ਕਰਕੇ ਇਹਦਾ ਬਹੁਤ ਖਾਸ ਸਪੈਸ਼ਲ ਇਸ਼ੂ ਵੀ ਨਿਕਲੇ ਕਈ ਮੈਗਜ਼ੀਨਾਂ ਦੇ ਇਹਦੇ ਤੇ ਵੀ ਇਸ ਕਿਸਮ ਦਾ ਅੰਦਰੋਂ ਨਿਕਲਿਆ। ਤਾਂ ਫਿਰ ਇਹ ਟੈਨਸ਼ਨ ਹੋ ਗਈ ਸੀ ਜਿਹਦੇ ਤੇ ਡਿਪਟੀ ਕਮਿਸ਼ਨਰ ਨੂੰ ਇਹ ਪ੍ਰੈਸ ਰਿਲੀਜ਼ ਇਸ਼ੂ ਕਰਨਾ ਪਿਆ ਸੀ ਇਸ ਕਿਸਮ ਦਾ। ਇਹ ਸਾਰੀ ਰਿਪੋਰਟਿੰਗ ਤਾਂ ਹੋਈ ਹੈ, ਸਾਰੀ ਗਲਤ ਰਿਪੋਰਟਿੰਗ ਹੋਈ ਹੈ, ਤੇ ਰਿਪੋਰਟਿੰਗ ਸਪਰੈਸ ਵੀ ਕੀਤਾ ਗਿਆ, ਤੇ ਸਹੀ ਤਾਂ ਨੇੜੇ ਤੇੜੇ ਵੀ ਨਹੀਂ ਆਈ ਉਹਨਾਂ ਦਿਨਾਂ ਦੇ ਵਿੱਚ। ਤੇ ਇਸੇ ਕਰਕੇ ਤੁਸੀਂ ਇੱਥੋਂ ਇੰਪੋਰਟੈਂਸ ਸਮਝ ਲਓ ਵੀ ਬਾਹਰਲੇ ਪ੍ਰੈਸ ਨੂੰ, ਖਾਸ ਕਰਕੇ ਆ ਜਿਹੜਾ ਇੱਥੋਂ ਤੁਹਾਡੇ ਨਾਰਥ ਅਮਰੀਕਾ ਦਾ ਵੀ ਸੀ, ਇਹਨਾਂ ਨੂੰ ਸਾਰੇ ਪ੍ਰੈਸ ਨੂੰ ਉਹਨਾਂ ਨੇ ਉਹ ਇਹਦੇ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਨੂੰ ਬਲੂ ਸਟਾਰ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਸ 'ਚ ਬਹਾ ਕੇ ਇੱਕ ਤੇ ਗੌਰਮੈਂਟ ਨੇ ਤੇ ਉੱਥੋਂ ਐਡਮਿਨਿਸਟ੍ਰੇਸ਼ਨ ਨੇ ਪੰਜਾਬ ਤੋਂ ਬਾਹਰ ਲੈ ਗਏ ਸੀ। ਅੱਛਾ, ਫਿਰ ਪ੍ਰੈਸ ਉੱਤੇ ਸੈਂਸਰਸ਼ਿਪ ਲੱਗ ਗਈ ਸੀ। 11 ਜੂਨ ਨੂੰ ਸੈਂਸਰਸ਼ਿਪ ਅਫੀਸ਼ੀਅਲੀ ਲੱਗ ਗਈ ਸੀ ਬਲੂ ਸਟਾਰ ਤੋਂ ਮਗਰੋਂ, ਜਿਹੜੀ ਲਗਾਤਾਰ 10 ਮਹੀਨੇ ਲੱਗੀ ਰਹੀ ਹੈ। ਇਸ ਕਰਕੇ ਕੋਈ ਨਾ ਕੋਈ ਗ੍ਰੇ ਏਰੀਆ ਸਾਰੇ ਬੰਦੋਬਸਤ ਦੇ ਬਾਵਜੂਦ ਵੀ ਰਹਿ ਜਾਂਦਾ ਜਿੱਥੇ ਇਨਫੋਰਮੇਸ਼ਨ ਬਾਹਰ ਟ੍ਰਿਕਲ ਹੋ ਜਾਂਦੀ ਹੈ। ਤੇ ਇਹ ਡਿਜੀਟਲ ਜਿਹੜਾ ਮੀਡੀਆ ਅੱਜ ਕੱਲ੍ਹ ਦਾ ਐਡਵਾਂਸ ਹੋ ਗਿਆ, ਇਹਨੂੰ ਸਰਕਾਰਾਂ ਬਹੁਤ ਤਰੀਕੇ ਨਾਲ ਵਰਤ ਵੀ ਲੈਂਦੀਆਂ, ਪਰ ਇਸ ਨੇ ਗ੍ਰੇ ਏਰੀਆ ਦੀਆਂ ਪੋਸੀਬਿਲਿਟੀਆਂ ਵੀ ਬਹੁਤ ਵਧਾਤੀਆਂ ਵੀ ਕਈ ਕੁਝ ਬਾਹਰ ਨਿਕਲ ਜਾਂਦਾ, ਤੁਸੀਂ ਕੰਟਰੋਲ ਨਹੀਂ ਕਰ ਸਕਦੇ ਜੀ। ਤੇ ਇਹ ਸਾਰਾ ਸਿਸਟਮ ਕਈ ਵਾਰੀ ਇਹ ਵੀ ਉਸ ਵੇਲੇ ਜਦੋਂ ਉਹ ਵੇਲਾ ਸੀ
ਇਹ ਕਿਹਾ ਜਾਂਦਾ ਸੀ ਕਿ ਜਿਹੜੀਆਂ ਮਾਈਨੋਰਿਟੀ, ਜਦੋਂ ਅਸੀਂ ਇਹ ਕਹਿੰਦੇ ਸੀ ਕਿ ਪ੍ਰੈਸ ਨੂੰ ਦਬਾਇਆ ਜਾ ਰਿਹਾ ਜਾਂ ਜਿਹੜੀਆਂ ਉਹਦੀਆਂ ਗੱਲਾਂ ਸੀ ਉਹ ਸਹੀ ਤਰੀਕੇ ਨਾਲ ਸਾਹਮਣੇ ਨਹੀਂ ਆ ਰਹੀਆਂ, ਉਦੋਂ ਇਹ ਕਿਹਾ ਜਾਂਦਾ ਸੀ ਕਿ ਇਹ ਜਿਸ ਕਿਸਮ ਦੀਆਂ ਪ੍ਰੈਸ ਦੀ ਆਜ਼ਾਦੀ ਦੀਆਂ ਗੱਲਾਂ ਇਹ ਕਰ ਰਹੇ ਆ, ਇਹਦੇ ਨਾਲ ਜਿਹੜੀ ਹਿੰਦੂ ਸਿੱਖ ਏਕਤਾ ਹੈ, ਇੱਕ ਭਾਈਚਾਰਕ ਸਾਂਝ ਆ ਪੰਜਾਬ ਦੇ ਵਿੱਚ, ਉਹ ਟੁੱਟ ਰਹੀ ਆ, ਕਿ ਉਹਨੂੰ ਤੋੜਨ ਦੇ ਵੱਲੋਂ ਇਹ ਸਾਰੀਆਂ ਗੱਲਾਂ ਜਾ ਰਹੀਆਂ। ਜਦੋਂ ਕਿ ਜੇ ਜਿਹੜਾ ਨੈਸ਼ਨਲਿਸਟਿਕ ਮੀਡੀਆ ਸੀ ਉਹ ਇਹ ਕਹਿ ਰਹੇ ਸੀ ਕਿ ਸਾਰਾ ਕੁਝ ਠੀਕ ਠਾਕ ਰੱਖਣ ਦੇ ਲਈ ਇਹਨੂੰ ਦਬਾਉਣਾ ਬਹੁਤ ਜ਼ਰੂਰੀ ਹੈ। ਹਾਂ, ਜੇ ਦੇਖੋ ਹਿੰਦੂ ਪੰਜਾਬ ਦੇ ਵਿੱਚ ਜਿਹੜੇ ਇਸ ਕਿਸਮ ਦਾ ਮਾਹੌਲ ਚੱਲਦਾ ਰਿਹਾ ਪੰਜਾਬ ਵਿੱਚ, ਆਰੀਆ ਸਮਾਜੀ ਤੇ ਦੂਸਰੇ ਪਾਸੇ ਅਕਾਲੀ ਦਲ, ਇਹ ਆਪਸ ਵਿੱਚ ਦੀ ਡਿਵੀਜ਼ਨ ਰਹੀ ਹੈ ਪੰਜਾਬ ਦੇ ਵਿੱਚ। ਕਦੇ ਵੀ ਕੋਈ ਇਹ ਨਹੀਂ ਹੋਇਆ ਵੀ ਸਾਰਾ ਠੀਕ ਹੋ ਜਾਏ। ਤੇ ਇਹ ਜਿਹੜਾ ਹਿੰਦੂ ਸਿੱਖ ਏਕਤਾ ਦਾ ਸਵਾਲ ਚੱਲਦਾ ਸੀ ਸਾਰਾ, ਇਸ ਦੇ ਵਿੱਚ ਜਿਹੜਾ ਪ੍ਰੈਸ ਸੀ, ਖਾਸ ਕਰਕੇ ਪ੍ਰੈਸ, ਇਹ ਹਜੇ ਵੀ ਗਲਤ ਕਿਹਾ ਜਾਂਦਾ ਵੀ ਅਜੀਤ, ਪੰਜਾਬੀ ਅਕਾਲੀ ਪੱਤਰਕਾਰ, ਦੋ ਅਖਬਾਰ ਹੁੰਦੇ ਸੀ ਜਿਹੜੇ ਸਿੱਖਾਂ ਦੀ ਗੱਲ ਕਰਦੇ ਸੀ। ਅਜੀਤ ਨੇ ਕਦੇ ਵੀ ਇਸ ਕਿਸਮ ਦੀ ਪੋਜੀਸ਼ਨ ਨਹੀਂ ਲਈ ਸੀਗੀ। ਉਹ ਮੋਸਟਲੀ ਉਹ ਪੰਜਾਬੀਅਤ ਦੇ ਨਾਂ ਦੀ ਪੋਜੀਸ਼ਨ ਨੇੜੇ ਤੇੜੇ ਲੈਂਦਾ। ਤੇ ਉਹ ਪਹਿਲਾਂ ਵੀ ਮੈਂ ਕਈ ਵਾਰ ਕਿਹਾ ਵੀ ਇਹਨਾਂ ਨੇ ਆਪਣਾ ਰਿਪੋਰਟਰ ਤੱਕ ਤੇ ਆਫਿਸ ਵੀ ਅੰਮ੍ਰਿਤਸਰ 'ਚ ਨਹੀਂ ਸੀ ਖੋਲ੍ਹਿਆ, ਇੰਨੀ ਡਿਸਟਰਬੈਂਸ ਦੇ ਬਾਵਜੂਦ ਵੀ। ਪਰ ਮੰਨਿਆ ਇਹੀ ਜਾਂਦਾ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਅਜੀਤ ਅਖਬਾਰ ਛਪਦੀ ਸੀ ਕਿ ਉਹਨਾਂ ਦੇ ਬਹੁਤ ਸਾਰੇ ਕਾਲਮ ਖਾਲੀ ਹੁੰਦੇ ਸੀ, ਬਲੈਂਕ ਹੋ ਜਾਂਦੇ ਸੀ ਕਿ ਸੈਂਸਰ ਕਰ ਲਏ, ਅਸੀਂ ਖਬਰ ਲਾਉਣਾ ਚਾਹੁੰਦੇ ਹਾਂ। ਉਹ ਦਰਬਾਰਾ ਉਸ ਦੇ ਬੇਅੰਤ ਸਿੰਘ ਦੇ ਟਾਈਮ ਵੇਲੇ ਇੱਕ ਦੋ ਵਾਰ ਹੋਇਆ ਜਦੋਂ ਕਿ ਉਹਨਾਂ ਉੱਤੇ ਇਹ ਪ੍ਰੈਸ਼ਰ ਹੁੰਦਾ ਸੀ ਵੀ ਆਹ ਖਬਰ ਤੁਸੀਂ ਭੇਜੋ, ਤੇ ਉਹ ਸਰਕਾਰ ਤੋਂ ਡਰ ਜਾਂਦੇ ਹੁੰਦੇ ਸੀ ਵੀ ਸਰਕਾਰ ਸਾਡੇ ਤੇ ਐਕਸ਼ਨ ਲਊ। ਉਹ ਫਿਰ ਕਈ ਵਾਰ ਇਸ ਗੱਲ ਦੇ ਵਿੱਚ ਬਲੈਂਕ ਵੀ ਪੇਪਰ ਗਏ ਆ, ਪਰ ਬੜਾ ਇੱਕ ਦੋ ਚਾਂਸ ਹੋਇਆ ਕਿ ਪ੍ਰੈਸ਼ਰ ਸਰਕਾਰ ਨੇ ਹੋਰ ਵੀ ਜ਼ਿਆਦਾ ਪਾਇਆ, ਪਰ ਪ੍ਰੈਸ਼ਰ ਉਹਨਾਂ ਤੇ ਦੂਜੇ ਪਾਸੇ ਦਾ ਵੀ ਹੋ ਜਾਂਦਾ ਸੀ ਕਿਉਂਕਿ ਪੰਜਾਬੀ ਪੜ੍ਹਿਆ ਜਾਂਦਾ ਸੀ ਜ਼ਿਆਦਾ। ਬਿਲਕੁਲ। ਜਿਹੜਾ ਹੁਣ ਸਾਰਾ ਤੁਸੀਂ, ਕਿਉਂਕਿ ਉਸ ਵੇਲੇ ਤੋਂ ਲੈ ਕੇ 80ਵੇਂ ਤੋਂ ਲੈ ਕੇ ਜਦੋਂ ਪ੍ਰੈਸ ਆਪਰੇਟ ਹੁੰਦੀ ਸੀ ਬਿਲਕੁਲ ਵੱਖਰੇ ਤਰੀਕੇ ਨਾਲ, ਤੇ ਹੁਣ IT ਦੇ ਵਿੱਚ ਸਾਰਾ ਕੁਝ ਵੱਖਰੇ ਤਰੀਕੇ ਨਾਲ ਹੋ ਰਿਹਾ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਦੁਨੀਆ ਦੇ ਵਿੱਚ ਕੋਈ ਖਬਰ ਛਪਾਉਣੀ, ਗਲਤ ਤਰੀਕੇ ਨਾਲ ਪੇਸ਼ ਕਰਨੀ ਕਿੰਨੀ ਕੁ ਪੋਸੀਬਲ ਆ, ਜਾਂ ਇਹਦੇ ਵਿੱਚ ਤੁਸੀਂ ਮਾਈਨੋਰਿਟੀਜ਼ ਦੇ ਅਕਸ ਨੂੰ, ਇੱਕ ਬਹੁਤ ਸਾਰੇ ਲੋਕ ਰਲ ਕੇ ਕਿੰਨਾ ਕੁ ਦਬਾ ਸਕਦੇ, ਇਹਦੇ ਵਿੱਚ ਕੋਈ ਪੋਜ਼ਿਟਿਵ ਪੱਖ ਦਿਸਦਾ? ਦੇਖੋ, ਮਾਈਨੋਰਿਟੀ ਨੂੰ ਦੇ ਅਕਸ ਨੂੰ ਵਿਗਾੜਨ ਵਿੱਚ ਪ੍ਰੈਸ ਇੱਕ ਹਿੱਸਾ ਹੁੰਦਾ, ਉਹਦੇ ਨਾਲ ਪੋਲੀਟਿਕਸ ਵੀ ਹੁੰਦੀ ਹੈ ਪਿਛਲੇ ਪਾਸੇ ਖੜੀ, ਤੇ ਐਡਮਿਨਿਸਟ੍ਰੇਸ਼ਨ ਤੇ ਸਰਕਾਰਾਂ ਹੋਰ ਵੀ ਬਹੁਤ ਐਕਸ਼ਨ ਹੁੰਦੇ ਆ ਸਾਰੇ ਨੂੰ। ਉਹ ਐਕਸ਼ਨਾਂ ਨੂੰ ਪ੍ਰੈਸ ਕਿਵੇਂ ਰਿਪੋਰਟ ਕਰਦੀ ਹੈ, ਉਹਨਾਂ ਕਿੱਸਾ ਉਹਦਾ ਹੁੰਦਾ। ਜਦੋਂ ਐਕਸ ਖਰਾਬ ਕਰਨਾ ਤਾਂ ਉਹਦੇ ਵਿੱਚ ਹੋਰ ਵੀ ਕਈ ਤਰੀਕੇ ਆ, ਵੀ ਮੋਰਚਾ ਲੱਗਿਆ, ਮੋਰਚੇ ਨੂੰ ਜਾਂ ਪੰਜਾਬ ਦੀਆਂ ਮੰਗਾਂ ਲੋਕਾਂ ਨੂੰ ਭੁਲਾਈ ਦਿੱਤੀਆਂ ਗਈਆਂ, ਕੀ ਸੀ ਮੰਗਾਂ, ਤੇ ਤੁਸੀਂ ਉਸ ਨੂੰ ਲਮਕਾ ਕੇ ਤੇ ਇਹ ਦੇਸ਼ ਨੂੰ ਤੋੜਨ ਦਾ ਪ੍ਰਪੰਚ ਹੈ, ਅਨੰਦਪੁਰ ਸਾਹਿਬ ਦਾ ਮਤਾ ਸੈਪਰੇਟਿਸਟ ਡਾਕੂਮੈਂਟ ਹੈ, ਇਹੋ ਜਿਹੇ ਲੈਵਲ ਤੱਕ ਲੈ ਗਏ। ਇਹਦਾ ਮਤਲਬ ਤੁਸੀਂ ਪੋਲੀਟਿਕਸ ਲਿਜਾ ਰਹੇ ਹੋ, ਤੇ ਬਾਕੀ ਫਿਰ ਪ੍ਰੈਸ ਦੀ ਉਹਨੂੰ ਸਪੋਰਟ ਮਿਲ ਰਹੀ ਹੈ ਤੁਹਾਡੀ ਪੋਲੀਟਿਕਸ ਨੂੰ ਅੱਗੇ ਲਿਜਾਣ ਲਈ। ਜੀ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਗੱਲਬਾਤ ਜਾਰੀ ਰੱਖੀਏ, ਪਰ ਸਾਡਾ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਤੁਹਾਡੇ ਨਾਲ ਕਦੇ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਜੀ। ਤੁਸੀਂ ਆਪਣਾ ਸਮਾਂ ਕੱਢਿਆ, ਸਾਰੇ ਪ੍ਰੋਗਰਾਮ ਵਿੱਚ ਆਏ, ਦਰਸ਼ਕਾਂ ਨਾਲ ਸਾਂਝ ਪਾਈ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਥੈਂਕ ਯੂ। ਸ਼ੁਕਰੀਆ।